ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀਓ, ਕਦੇ ਕਦੇ ਸਾਨੂੰ ਬਹੁਤ ਹੀ ਨੈਗੇਟਿਵਿਟੀ ਘੇਰ ਲੈਂਦੀ, ਖਾਸ ਕਰਕੇ ਜਿਹੜੇ ਅਜੇ ਇਸ ਰਾਹ 'ਤੇ ਨਵੇਂ ਨੇ, ਜਾਂ ਕਹਿ ਲਈਏ ਕੋਈ ਵੀ ਕਾਰਨ ਆ, ਮਹਿਸੂਸ ਹੋ ਰਿਹਾ ਕਿ ਸਭ ਕੁਛ ਕਰ ਵੀ ਰਹੇ ਹਾਂ, ਫਿਰ ਵੀ ਅੰਦਰ ਚਾਓ ਨਹੀਂ ਆ, ਅੰਦਰ ਇੱਕ ਉਹ ਚੀਜ਼ ਨਹੀਂ ਆ ਜਿਹੜੀ ਵਾਹਿਗੁਰੂ ਵੱਲ ਖਿੱਚੀ ਰੱਖੇ। ਜਾਪ ਹੋ ਰਹੇ ਨੇ, ਸਭ ਕੁਛ ਠੀਕ ਆ, ਪਰ ਫਿਰ ਵੀ ਅੰਦਰ ਇੱਕੋ ਚੀਜ਼ ਆ ਜਾਂਦੀ ਕਿ ਪਤਾ ਨਹੀਂ ਕਦੋਂ ਕਿਰਪਾ ਕਰਨਗੇ। ਤੇ ਇਸ ਦਾ ਜਵਾਬ ਭਾਈ ਗੁਰਦਾਸ ਜੀ ਦੇ ਰਹੇ। ਇੰਨੀ ਪੋਜ਼ਿਟਿਵਿਟੀ ਪਤਾ ਆ ਆਪਣਾ ਆਪ ਕਿੱਥੇ ਖੜਾ ਆ, ਪਰ ਤਾਂ ਵੀ ਨੈਗੇਟਿਵ ਨਹੀਂ। ਸਿਰਫ 4 ਤੁਕਾਂ ਨੇ, ਜ਼ਿਆਦਾ ਸਮਾਂ ਨਹੀਂ ਲੈਣਾ ਆਪ ਜੀ ਦਾ। ਇਹਨਾਂ 4 ਤੁਕਾਂ ਦੇ ਵਿੱਚ ਬਹੁਤ ਹੀ ਪਿਆਰੀਆਂ ਗੱਲਾਂ ਭਾਈ ਗੁਰਦਾਸ ਜੀ ਨੇ ਲਿਖੀਆਂ। ਸੋ ਇੱਕ ਪਿਆਰੀ ਜੀ ਰੂਹ ਨੇ ਇਹਨਾਂ ਦੇ ਅਰਥ ਪੁੱਛੇ ਸੀ, ਤੇ ਜਦੋਂ ਪੰਕਤੀਆਂ ਦੇ ਦਰਸ਼ਨ ਕੀਤੇ ਜੋ ਕਿ ਪਹਿਲਾਂ ਨਹੀਂ ਸੀ ਕੀਤੇ, ਤੇ ਸੋਚਿਆ ਕਿ ਇਹ ਸਾਰਿਆਂ ਅੱਗੇ ਸਾਂਝ ਪਾਈ ਜਾਵੇ। ਬਹੁਤ ਹੀ ਪਿਆਰੀਆਂ ਤੁਕਾਂ ਨੇ, ਆਓ ਸੁਣਦੇ ਹਾਂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਭਗਤ ਵਸ਼ਲ ਸੁਨ ਹੋਤ ਹੋ ਨਿਰਾਸ ਹਿਰਦੈ, ਪਤਤ ਪਾਵਨ ਸੁਨ ਆਸਾ ਉਰ ਧਾਰ ਹੋਂ, ਅੰਤਰਜਾਮੀ ਸੁਨ ਕੰਪਤ ਹੋ ਅੰਤਰਗਤ, दीन को दयाल सुन पै भ्रम टार हों, भगत वशल सुन होत हो निराश हृदय। कह रहे ਇਹ ਉਸ ਰੂਹ ਦੀ ਗੱਲ ਹੋਣ ਲੱਗੀ ਜਿਹੜੀ ਅਜੇ ਭਗਤ ਵੀ ਨਹੀਂ ਬਣੀ ਹੈ। ਭਗਤ ਹੀ ਜਿਹੜਾ ਇਸ ਰਸਤੇ ਤੇ ਚੱਲ ਪਿਆ, ਜਿਹਦੇ ਅੰਦਰ ਇੱਕ ਚਾਹ ਆ ਕਿ ਮੈਂ ਵਾਹਿਗੁਰੂ ਦੇ ਨਾਲ ਹੀ ਰਹਿਣਾ, ਜਿਹਦਾ ਟਾਰਗੇਟ ਹੀ ਇਹੋ ਆ, ਉਹ ਭਗਤ ਆ। ਫਿਰ ਚਾਹੇ ਉਹਦੇ ਕੋਲ ਨਹੀਂ ਵੀ ਗੱਲ ਬਣ ਰਹੀ ਨਾ, ਤਾਂ ਵੀ ਉਹ ਭਗਤ ਹੀ ਭਗਤ ਕਹਿਲਾਊਗਾ, ਕਿਉਂਕਿ ਕੋਸ਼ਿਸ਼ ਕਰਨ ਲੱਗ ਗਿਆ। ਕੋਸ਼ਿਸ਼ ਕਦੋਂ ਕਰਦਾ ਇਨਸਾਨ? ਜਦੋਂ ਪਤਾ ਆ ਕਿ ਓਪਸ਼ਨ ਹੀ ਇਹੋ ਆ, ਹੋਰ ਕੋਈ ਹੈ ਹੀ ਨਹੀਂ। ਫਿਰ ਉਹ ਕਾਮਯਾਬ ਹੋਵੇ ਨਾ ਹੋਵੇ ਉਹ ਬਾਅਦ ਦੀਆਂ ਗੱਲਾਂ, ਪਰ ਜਦੋਂ ਅੰਦਰ ਇੱਕ ਗੱਲ ਘਰ ਕਰ ਗਈ ਨਾ, ਜਦੋਂ ਅੰਦਰ ਇਹ ਅਹਿਸਾਸ ਹੋ ਗਿਆ ਕਿ ਬਿਨ ਹਰ ਭਜਨ ਨਹੀਂ ਛੁਟਕਾਰਾ, ਉਸੇ ਦਿਨ ਤੋਂ ਉਸੇ ਪਲ ਤੋਂ ਉਹ ਭਗਤਾਂ ਦੀ ਸ਼੍ਰੇਣੀ 'ਚ ਆ ਜਾਂਦਾ। ਫਿਰ ਇਸ ਸਮੁੰਦਰ 'ਚੋਂ ਕੋਈ ਵੱਡੇ ਭਾਂਡੇ ਦੇ ਵਿੱਚ ਲੈ ਕੇ ਜਾ ਰਿਹਾ ਹੈ ਕਿਰਪਾ, ਕੋਈ ਛੋਟੇ 'ਚ ਲੈ ਕੇ ਜਾ ਰਿਹਾ, ਪਰ ਹੈ ਸਾਰੇ ਭਗਤ ਹੀ। ਪਰ ਤੁਸੀਂ ਅਵਸਥਾ ਦੇਖੋ ਕਿ ਉਹ ਖੁਦ ਨੂੰ ਭਗਤ ਨਹੀਂ ਸਮਝ ਰਿਹਾ। ਆਪਣਾ ਆਪ ਉਹਨੇ ਇੰਨਾ ਕੁ ਮਾਰ ਲਿਆ, ਇੰਨਾ ਕੁ ਆਪਣਾ ਆਪ ਖਾਲੀ ਕਰ ਲਿਆ ਕਿ ਜਿਵੇਂ ਇੱਕ ਭਾਂਡਾ ਤਿਆਰ ਹੋ ਰਿਹਾ ਹੋਵੇ, ਖਾਲੀ ਹੋ ਰਿਹਾ ਹੋਵੇ ਭਾਂਡਾ, ਬਾਕੀ ਸਭ ਕੂੜ ਗੰਦਗੀ ਵਿੱਚੋਂ ਕੱਢ ਕੇ ਪਾਸੇ ਮਾਰ ਕੇ ਤੇ ਗੁਰੂ ਨੂੰ ਦੇ ਰਿਹਾ ਹੋਵੇ ਕਿ ਆ ਲੈ, ਤੂੰ ਇਹਨੂੰ ਭਰ ਦੇ ਆਪਣੀ ਕਿਰਪਾ ਨਾਲ। ਕਹਿ ਰਹੇ ਭਗਤ ਵਸ਼ਲ ਸੁਨ ਹੋਤ ਹੋ ਨਿਰਾਸ ਹਿਰਦੈ। ਰੂਹ ਕਹਿੰਦੀ ਆ, ਜਦੋਂ ਮੈਂ ਤੇਰੇ ਪਿਆਰਿਆਂ ਨੂੰ
ਤੇਰੇ ਰੰਗ ਦੇ ਵਿੱਚ ਰੰਗਿਆ ਹੋਇਆ ਦੇਖਦਾ ਹਾਂ। ਜਦੋਂ ਮੈਂ ਦੇਖਦਾ ਹਾਂ ਉਹਨਾਂ ਦੀਆਂ ਅੱਖਾਂ 'ਚ, ਉਹਨਾਂ ਦੇ ਚਿਹਰੇ 'ਚ ਤੇਰਾ ਨੂਰ ਝਲਕਦਾ ਆ, ਤੇ ਮੈਂ ਉਹ ਵੀ ਬਾਤਾਂ ਸੁਣਦਾ ਹਾਂ ਕਿ ਤੂੰ ਆਪਣੇ ਪਿਆਰਿਆਂ ਦਾ ਪਿਆਰਾ ਆ। ਤੂੰ ਉਹਨਾਂ ਲਈ ਕੁਛ ਵੀ ਕਰ ਸਕਦਾ ਹੈ। ਤੂੰ ਉਹਨਾਂ ਲਈ ਤੱਤੀ ਤਵੀ ਤੇ ਵੀ ਬਹਿ ਸਕਦਾ ਹੈ। ਤੂੰ ਕੁਛ ਵੀ ਕਰ ਸਕਦਾ ਉਹਨਾਂ ਲਈ, ਆਪਣਾ ਆਪ ਵਾਰ ਦਿੰਦਾ ਹੈ ਤੂੰ, ਜਿਹੜੇ ਤੈਨੂੰ ਪਿਆਰੇ ਲੱਗਦੇ ਆ। ਗੁਰੂ ਤੇ ਸਿੱਖ ਦੀ ਇਹ ਪ੍ਰੀਤ ਦੇਖ ਕੇ ਇਹ ਰੂਹ ਇਸ ਗੱਲੋਂ ਨਿਰਾਸ਼ ਆ ਕਿ ਮੈਂ ਤੇਰੇ ਪਿਆਰਿਆਂ ਵਰਗੀ ਨਹੀਂ ਆ। ਜੈਲਸ ਨਹੀਂ ਆ, ਸਿਰਫ ਨਿਰਾਸ਼ ਆ, ਉਹ ਵੀ ਆਪਣੇ ਕਰਮਾਂ ਕਰਕੇ, ਕਿ ਮੈਂ ਤੇਰੇ ਪਿਆਰਿਆਂ ਵਰਗੀ ਨਹੀਂ ਆ। ਭਗਤ ਵਸ਼ਲ ਸੁਨ ਹੋਤ ਹੋ ਨਿਰਾਸ਼ ਹਿਰਦੈ, ਪਤਤ ਪਾਵਨ ਸੁਨ ਆਸਾ ਔਰ ਧਾਰ ਹੋ। ਕਹਿੰਦੀ ਮੈਂ ਤਾਂ ਤੇਰੇ ਪਿਆਰਿਆਂ ਵਰਗੀ ਹੈ ਹੀ ਨਹੀਂ, ਤੂੰ ਮੇਰੇ ਤੇ ਕਿੱਦਾਂ ਕਿਰਪਾ ਕਰੇਂਗਾ? ਮੇਰੇ 'ਚ ਕੋਈ ਗੁਣ ਹੀ ਨਹੀਂ, ਤੂੰ ਮੇਰੇ ਤੇ ਵੀ ਕਿਰਪਾ ਕਰੇਂਗਾ। ਅੰਦਰੋਂ ਨਿਰਾਸ਼ ਆ ਆਪਣੇ ਕਰਮਾਂ ਕਰਕੇ, ਆਪਣੇ ਔਗੁਣਾਂ ਕਰਕੇ। ਪਤਾ ਆ ਮੈਂ ਖਾਲੀ ਹਾਂ, ਮੇਰੇ ਕੋਲ ਕੁਛ ਨਹੀਂ ਆ ਜਿਹਦੇ ਬੇਸ ਤੇ ਮੈਂ ਤੈਨੂੰ ਕਹਿ ਸਕਾਂ ਕਿ ਮੇਰੇ ਕੋਲ ਆ ਜਾ। ਪਰ ਫਿਰ ਦੂਜਾ ਪੱਖ ਦੇਖਦੀ ਆ ਵਾਹਿਗੁਰੂ ਦਾ। ਕਹਿੰਦੀ ਪਤਤ ਪਾਵਨ ਸੁਨ ਆਸਾ ਔਰ ਧਾਰ ਹੋ। ਪਰ ਤੂੰ ਤਾਂ ਬੰਦੀਆਂ ਨੂੰ ਛਡਾਉਣ ਵਾਲਾ ਆ, ਤੂੰ ਤਾਂ ਪਤਿਤ ਹਿਰਦਿਆਂ ਨੂੰ ਪਵਿੱਤਰ ਕਰਨ ਵਾਲਾ ਆ, ਤੂੰ ਕੋਡੇ ਰਾਖਸ਼ਾਂ ਵਰਗਿਆਂ ਨੂੰ ਤਾਰਨ ਵਾਲਾ ਆ, ਤੂੰ ਗਨਕਾ ਵਰਗਿਆਂ ਨੂੰ ਉਹਨਾਂ ਦਾ ਉਧਾਰ ਕਰਨ ਵਾਲਾ ਆ, ਜਿਹੜੇ ਸਦਾ ਹੀ ਕੂੜ 'ਚ ਰਹਿੰਦੇ ਸੀ। ਤੂੰ ਉਹਨਾਂ ਦੇ ਹਿਰਦੇ ਵੀ ਸ਼ਾਂਤ ਕਰਨ ਵਾਲਾ ਹੈ, ਠਾਰਨ ਵਾਲਾ ਹੈ। ਫਿਰ ਕਹਿੰਦੇ ਤੇਰਾ ਇਹ ਗੁਣ ਦੇਖ ਕੇ ਅੰਦਰ ਇੱਕ ਆਸ ਦੀ ਕਿਰਨ ਬਾਕੀ ਆ। ਪਤਤ ਪਾਵਨ ਸੁਨ ਆਸਾ ਔਰ ਧਾਰ ਹੋ, ਇੱਕ ਉਮੀਦ ਬਾਕੀ ਆ ਕਿ ਤੂੰ ਮੇਰੇ ਤੇ ਵੀ ਇੱਕ ਦਿਨ ਕਿਰਪਾ ਕਰੇਂਗਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਅੰਤਰਜਾਮੀ ਸੁਨ ਕੰਪਤ ਹਾਂ ਅੰਤਰਗਤ, ਦੀਨ ਕੋ ਦਇਆਲ ਸੁਨ ਭੈ ਪ੍ਰਮਟਾਰ ਹਾਂ। ਫਿਰ ਕਹਿੰਦੇ ਅੰਤਰਜਾਮੀ ਸੁਨ ਕੰਪਤ ਹਾਂ ਅੰਤਰਗਤ, ਵੀ ਤੂੰ ਅੰਤਰਜਾਮੀ ਆ। ਤੇਰੇ ਭਗਤ ਤੈਨੂੰ ਗਾਉਂਦੇ ਨੇ ਕਿ ਤੂੰ ਅੰਤਰਜਾਮੀ, ਅੰਤਰਜਾਮੀ ਪੁਰਖ ਵਿਦਾਤੇ, ਤੂੰ ਅੰਤਰਜਾਮੀ ਆ। ਫਿਰ ਉਹ ਦੇਖਦੀ ਜੇ ਵਾਹਿਗੁਰੂ ਅੰਤਰਜਾਮੀ ਆ ਤੇ ਮੇਰੇ ਅੰਦਰ ਦੀ ਗੱਲ ਤੇ ਉਹਨੂੰ ਪਤਾ ਆ, ਮੇਰੇ ਅੰਦਰ ਕਿੰਨਾ ਕੂੜ ਚੱਲ ਰਿਹਾ। ਕਦੀ ਕਿਸੇ ਦੇ ਮੋਹ 'ਚ, ਕਦੀ ਕਿਸੇ ਦੇ ਮੋਹ 'ਚ, ਕਦੀ ਕਿਸੇ ਵਿਕਾਰ ਨੇ ਘੇਰਿਆ, ਕਦੀ ਕਿਸੇ ਵਿਕਾਰ ਨੇ ਘੇਰਿਆ। ਇੱਕ ਪਾਸੇ ਉਹ ਭਗਤ ਤੇ ਗੁਰੂ ਦਾ ਪ੍ਰੇਮ ਦੇਖਦੀ ਆ, ਤੇ ਦੂਜੇ ਪਾਸੇ ਉਹ ਆਪਣੇ ਆਪ ਵੱਲ ਦੇਖਦੀ ਆ ਕਿ ਮੇਰੇ ਅੰਦਰ ਤਾਂ ਇਹ ਸਭ ਚੱਲ ਰਿਹਾ। ਵਾਸ਼ਨਾਵਾਂ ਦੇ ਦਰਿਆ ਵਹਿੰਦੇ ਨੇ ਅੰਦਰ। ਤੇ ਫਿਰ ਉਹ ਸੋਚਦੀ ਵਾਹਿਗੁਰੂ ਤਾਂ ਅੰਤਰਜਾਮੀ ਆ, ਉਹ ਤਾਂ ਦੇਖ ਰਿਹਾ ਮੇਰੇ ਅੰਦਰ ਕੀ ਚੱਲ ਰਿਹਾ। ਫਿਰ ਮੈਂ ਤਾਂ ਉਹਦੇ ਕਾਬਿਲ ਕਦੀ ਹੋ ਹੀ ਨਹੀਂ ਸਕਦੀ। ਕਹਿੰਦੀ ਇਹ ਸੋਚ ਕੇ ਮੇਰੀ ਰੂਹ ਕੰਬ ਉੱਠਦੀ ਆ। ਸੁਨ ਕੰਪਤ ਹੋ ਅੰਤਰਗਤ, ਅੰਦਰ ਹੀ ਅੰਦਰ ਮੇਰੀ ਰੂਹ ਕੰਬ ਉੱਠਦੀ ਆ ਕਿ ਮੈਂ ਕਿਵੇਂ ਤੇਰੇ ਕੋਲ ਜਾਵਾਂ। ਪਰ ਫਿਰ ਦੂਜਾ ਪੱਖ ਦੇਖਦੀ ਆ। ਦੂਜਾ ਪੱਖ ਕੀ ਦੇਖਦੀ ਆ? ਦੀਨ ਕੋ ਦਇਆਲ ਸੁਨ ਭੈ ਪ੍ਰਮਟਾਰ ਹੋ। ਪਰ ਜਦੋਂ ਮੈਂ ਤੇਰੀ ਦਿਆਲਤਾ ਨੂੰ ਦੇਖਦੀ ਹਾਂ, ਜਦੋਂ ਮੈਂ ਤੇਰੇ ਉਸ ਗੁਣ ਨੂੰ ਦੇਖਦੀ ਹਾਂ ਕਿ ਤੂੰ ਨਿਆਸਰਿਆਂ ਦਾ ਆਸਰਾ ਬਣ ਜਾਂਦਾ ਹੈ, ਤੂੰ ਘੁੰਗਣੀਆਂ ਵੇਚਣ ਵਾਲਿਆਂ ਨੂੰ ਵੀ ਪਾਤਸ਼ਾਹੀਆਂ ਬਖਸ਼ ਦਿੰਦਾ ਹੈ, ਤੂੰ ਕਿੰਨਾ ਵਿਸ਼ਾਲ ਸਮੁੰਦਰ ਆ ਜਿਨ੍ਹਾਂ ਦਾ ਕੋਈ ਨਹੀਂ ਆ, ਤੂੰ ਉਹਨਾਂ ਦਾ ਆਪਣੇ ਆਪ ਖਿਆਲ ਰੱਖਦਾ ਹੈ। ਕਿੰਨੀ ਵਿਸ਼ਾਲਤਾ ਹੈ ਤੇਰੇ ਅੰਦਰ। ਕਹਿੰਦੀ ਫਿਰ ਜਦੋਂ ਮੈਂ ਤੇਰਾ ਇਹ ਗੁਣ ਦੇਖਦੀ ਹਾਂ, ਫਿਰ ਮੇਰੇ ਸਾਰੇ ਡਰ ਦੂਰ ਹੋ ਜਾਂਦੇ।
ਭੈ ਭਰਮ ਟਾਰ ਹੋਂ। ਕਿੰਨੀ ਪੋਜ਼ਿਟਿਵਿਟੀ ਹੈ ਨਾ। ਪਤਾ ਆ ਮੇਰੇ ਅੰਦਰ ਕੋਈ ਗੁਣ ਹੈ ਹੀ ਨਹੀਂ, ਪਰ ਮੇਰੀ ਜ਼ਿੰਦਗੀ, ਮੇਰੀ ਆਸ ਤੇਰੇ ਗੁਣਾਂ 'ਤੇ ਟਿਕੀ ਆ ਕਿ ਮੈਂ ਭਾਵੇਂ ਜਿੱਦਾਂ ਦੀ ਵੀ ਹਾਂ, ਤੂੰ ਤੱਤ ਇਹ ਆ ਕਿ ਤੂੰ ਦਇਆਲ ਆ, ਤੂੰ ਕਿਰਪਾਲ ਆ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜਲ ਧਰ ਸੰਗਮ ਕੈ ਅਫਲ ਸਿੰਬਲ ਦਰੁਮ, ਚੰਦਨ ਸੁਗੰਧ ਸਨ ਬੰਦ ਮੈਲ ਗਾਰ ਹਾਂ। ਜਲ ਧਰ ਸੰਗਮ ਕੈ ਮਤਲਬ ਜਦੋਂ ਉਹ ਰੁੱਤ ਆਉਂਦੀ ਹੈ ਕਿ ਜਦੋਂ ਹਰ ਪਾਸੇ ਹਰਿਆਲੀ ਆ, ਫਲਦਾਰ ਬੂਟਿਆਂ ਦੇ ਉੱਪਰ ਫਲ ਲੱਗਦੇ ਆ। ਜਲਧਰ ਸੰਗਮ ਕੇ ਅਫਲ ਸਿੰਬਲ, ਅਫਲ ਮਤਲਬ ਫਲ ਤੋਂ ਰਹਿਤ। ਸਿੰਬਲ ਦਾ ਜਿਹੜਾ ਇੱਥੇ ਸਿੰਬਲ ਲਿਖਿਆ, ਵੈਸੇ ਸਿਮਲ ਹੁੰਦਾ ਜਾਂ ਕੋਟਨ ਟਰੀ ਕਹਿ ਲਓ, ਉਹਨੂੰ ਕਦੇ ਫਲ ਨਹੀਂ ਲੱਗਦਾ। ਫਲ ਦੀ ਰੁੱਤ ਦੇ ਵਿੱਚ ਵੀ ਉਹਨੂੰ ਫਲ ਨਹੀਂ ਲੱਗਦਾ। ਅਤੇ ਇੱਥੇ ਇਹ ਸਮਝਾ ਰਹੇ, ਜਲਧਰ ਸੰਗਮ ਕੇ ਅਫਲ ਸਿੰਬਲ ਦਰੁਮ, ਚੰਦਨ ਸੁਗੰਧ ਸਨ ਬੰਦ ਮੈਲਗਾਰ ਹੋਂ। ਉਸ ਦਰਖਤ ਦੇ ਨਾਲ ਆਪਣੇ ਹਿਰਦੇ ਨੂੰ ਕੰਪੇਅਰ ਕਰਕੇ ਦੱਸ ਰਹੇ ਕਿ ਮੈਨੂੰ ਪਤਾ ਆ ਮੇਰੇ ਔਗਣ ਇੰਨੇ ਆ ਕਿ ਮੈਨੂੰ ਕਦੇ ਮੇਰੇ ਔਗਣਾਂ ਦੇ ਜਾਂ ਮੇਰੇ ਗੁਣਾਂ ਦੇ ਆਧਾਰ 'ਤੇ ਮੈਨੂੰ ਕੋਈ ਫਲ ਨਹੀਂ ਮਿਲ ਸਕਦਾ। ਮੈਨੂੰ ਪਤਾ ਆ ਮੇਰੇ ਕਰਮ ਹੀ ਐਸੇ ਆ, ਮੈਨੂੰ ਫਲ ਨਹੀਂ ਮਿਲਣਾ। ਪਰ ਫਿਰ ਦੂਜਾ ਪੱਖ ਦੇਖਦੀ ਆ ਕਿ ਚੰਦਨ ਸੁਗੰਧ ਸਨ ਬੰਦ ਮੈਲਗਾਰ ਹੋ। ਪਰ ਚੰਦਨ ਦੇ ਲਾਗੇ ਕੋਈ ਫਲਦਾਰ ਬੂਟਾ ਵੀ ਜਿਹੜਾ ਉੱਗਿਆ ਹੋਵੇ, ਚੰਦਨ ਦੀ ਸੰਗਤ ਦੇ ਵਿੱਚ ਆ ਕੇ ਉਹਦੇ ਤੋਂ ਵੀ ਚੰਦਨ ਦੀ ਖੁਸ਼ਬੂ ਆਉਣੀ ਸ਼ੁਰੂ ਹੋ ਜਾਂਦੀ। ਫਿਰ ਇੱਥੇ ਇੱਕ ਆਸ ਵੱਜਦੀ, ਭਾਵੇਂ ਮੈਂ ਫਲਦਾਰ ਨਹੀਂ ਆ, ਮੇਰੇ 'ਚ ਫਲ ਨਹੀਂ ਲੱਗ ਸਕਦੇ, ਪਰ ਜਦੋਂ ਤੂੰ ਮੇਰੀ ਬਾਂਹ ਫੜ ਲਈ, ਫਿਰ ਤੇਰਾ ਅਕਸ, ਤੇਰੀ ਸ਼ਖਸੀਅਤ ਮੇਰੇ ਅੰਦਰੋਂ, ਮੇਰੇ ਹਿਰਦੇ 'ਚੋਂ ਪੈਦਾ ਹੋਊਗੀ। ਫਿਰ ਇੱਕ ਸਿੱਖ ਦੇ ਕਿਰਦਾਰ 'ਚੋਂ ਗੁਰੂ ਨਜ਼ਰ ਆਏਗਾ। ਕਿੰਨੀ ਪੋਜ਼ਿਟਿਵਿਟੀ ਆ। ਆਪਣੀ ਕਰਨੀ ਕਰ ਨਰਕ ਹੋਣਾ ਪਾਵੋਂ ਠੋਰ, ਤੁਮਰੇ ਬਿਰਦ ਕਰ ਆਸਰੋ ਸਮਾਰ ਹੋਂ। ਹੁਣ ਇਸ ਪੰਕਤੀ ਦੇ ਵਿੱਚ ਤੱਤ ਆ, ਪੂਰੇ ਸ਼ਬਦ ਦਾ ਤੱਤ, ਜਿਵੇਂ ਨਿਚੋੜ, ਜਿਵੇਂ ਕਿਸੇ ਚੀਜ਼ ਦਾ ਅਰਕ ਕੱਢ ਲਈਦਾ ਨਾ, ਉਹ ਇਹ ਪੰਕਤੀ ਆ। ਹੁਣ ਕਹਿੰਦੇ ਆਪਣੀ ਕਰਨੀ ਕਰ ਨਿਕਲੇ, ਆਪਣਾ ਆਪ ਮਾਰ ਲਿਆ। ਪਤਾ ਚੱਲ ਗਿਆ, ਤੁਰ ਅੰਦਰ ਤੱਕ ਪਤਾ ਚੱਲ ਗਿਆ ਕਿ ਮੈਂ ਖੁਦ ਚਾਹਵਾਂ ਤੇ ਨਹੀਂ ਹੋਣਾ। ਭਾਵੇਂ ਕੋਸ਼ਿਸ਼ਾਂ ਜਾਰੀ ਨੇ, ਕੋਸ਼ਿਸ਼ਾਂ ਤੋਂ ਕਦੇ ਵੀ ਪਿੱਛੇ ਨਹੀਂ ਹਟ ਰਹੀ ਰੂਹ, ਪਰ ਅਰਦਾਸ ਇਹ ਆ ਕਿ ਤੂੰ ਕਿਰਪਾ ਕਰ, ਤੂੰ ਬਾਂਹ ਫੜ। ਮੇਰੇ ਕਰਿਆ ਕੀ ਹੋਣਾ, ਆਪਣੀ ਕਰਨੀ ਕਰ ਨਰਕ ਹੋਣਾ ਪਾਵੋਂ ਠੋਰ। ਮੈਂ ਜੇ ਕੁਛ ਕਰੂੰਗਾ ਤੇ ਮੈਨੂੰ ਆਪਣੀ ਕੋਸ਼ਿਸ਼ ਨਾਲ ਨਰਕ 'ਚ ਵੀ ਜਗ੍ਹਾ ਨਹੀਂ ਮਿਲਣੀ। ਪਰ ਤੁਮਰੇ ਬਿਰਦ ਕਰ ਆਸਰੋਂ ਸਮਾਰ, ਪਰ ਜੇ ਤੇਰਾ ਆਸਰਾ ਹੋਵੇ ਮੇਰੇ ਅੰਦਰ, ਜੇ ਮੇਰੀ ਰੂਹ ਤੇਰੇ ਆਸਰੇ ਦੇ ਅਧੀਨ ਰਹਿ ਕੇ ਤੈਨੂੰ ਧਿਆਵੇ, ਤੇਰਾ ਆਸਰਾ ਜੇ ਮੈਨੂੰ ਮਿਲ ਜੇ, ਫਿਰ ਮੇਰੇ ਅੰਦਰ ਬਹਾਰ ਆ ਸਕਦੀ। ਭਾਵ ਇਹਨਾਂ ਸਾਰੀਆਂ ਤੁਕਾਂ ਨੂੰ ਦੇਖੀਏ ਨਾ, ਤੇ ਇਹ ਦੱਸਦੀਆਂ ਕਿ ਤੂੰ ਨਿਮਾਣਾ ਹੋ ਕੇ ਅਰਦਾਸ 'ਚ ਰਹਿ, ਨਿਮਾਣਾ ਹੋ ਕੇ ਆਸ ਰੱਖ। ਨਿਰਾਸ਼ ਨਹੀਂ ਹੋਣਾ, ਆਸ ਰੱਖਣੀ ਹੈ। ਨਿਰਾਸ਼ ਮਤਲਬ ਨਿਰਾਸ, ਜਿਹੜਾ ਨਿਰਾਸ਼ ਹੋ ਜੇ। ਪਰ ਇੱਥੇ ਆਸ ਰੱਖਣੀ ਆ, ਪੋਜ਼ਿਟਿਵ ਰਹਿਣਾ।
ਕੁਛ ਵੀ ਹੈ ਭਾਵੇਂ, ਹਮੇਸ਼ਾ ਆਪਣੀ ਬੇਵੱਸੀ ਵਾਹਿਗੁਰੂ ਅੱਗੇ ਰੱਖਣੀ ਹੈ ਕਿ ਗੁਰੂ ਸਾਹਿਬ ਮੇਰੇ ਤੋਂ ਨਹੀਂ ਹੋ ਰਿਹਾ, ਨਾ ਹੀ ਹੋਣਾ ਆ, ਤੁਸੀਂ ਕਿਰਪਾ ਕਰੋ, ਤੇਰੇ ਕਰਿਆ ਹੀ ਹੋਣਾ ਹੈ। ਭਾਂਡਾ ਜਿਹੜਾ ਹੈ ਨਾ, ਦੇਖੋ ਭਾਵੇਂ ਉਹ ਅੰਤਰਜਾਮੀ ਆ, ਉਹਨੂੰ ਸਭ ਪਤਾ ਆ, ਫਿਰ ਵੀ ਕਹਿ ਦਿਆ ਕਰੋ, ਆਪਣਾ ਆਪ ਉਹਦੇ ਅੱਗੇ ਰੱਖ ਦਿਓ, ਭਾਂਡਾ ਦਿਖਾ ਦਿਓ ਕਿ ਆਹ ਦੇਖ ਲੈ, ਮੇਰੇ ਕੋਲ ਆ ਹੀ, ਮੇਰੇ ਕੋਲ ਆ ਰੋਗ ਹੀ ਮੇਰੇ ਹਿਰਦੇ ਨੂੰ ਲੱਗਿਆ, ਦੇਖ ਲਾ, ਤੂੰ ਮੇਰੇ ਰੋਗ ਹੀ ਰੱਖ ਲਾ, ਮੇਰੇ ਕੋਲ ਤੈਨੂੰ ਦੇਣ ਲਈ ਕੁਛ ਨਹੀਂ, ਤੈਨੂੰ ਕੀ ਦੇ ਸਕਦਾ ਕੋਈ, ਤੂੰ ਤਾਂ ਆਪ ਖਜ਼ਾਨਿਆਂ ਦਾ ਖਜ਼ਾਨਾ ਆ, ਮੇਰੇ ਕੋਲ ਤੇਰੇ ਜਿਹੇ ਵਿਸ਼ਾਲ ਦਇਆਵਾਨ ਸ਼ਾਹ ਨੂੰ, ਪਾਤਸ਼ਾਹ ਨੂੰ ਦੇਣ ਲਈ ਕੁਛ ਨਹੀਂ ਸਿਵਾਏ ਇਹਨਾਂ ਔਗਣਾਂ ਤੋਂ, ਤੂੰ ਮੇਰਾ ਭਾਂਡਾ ਸਾਫ਼ ਕਰ ਦੇ। ਪੁਕਾਰ ਦਾ ਮਤਲਬ ਕੀ ਆ ਕਿ ਮੈਂ ਬੇਵੱਸ ਹਾਂ, ਤੂੰ ਕਿਰਪਾ ਕਰ, ਆਪਣਾ ਆਪ ਮਾਰ ਲਿਆ। ਸੋ ਭਗਤ ਜਿਹੜਾ ਹੈ ਨਾ, ਇਹ ਜਿਹੜਾ ਰਾਹ ਆ, ਇਹ ਹੈ ਹੀ ਪੋਜ਼ੀਟਿਵਿਟੀ ਦਾ, ਭਾਵੇਂ ਉਹ ਕਿੰਨਾ ਵੀ ਨੀਵਾਂ ਆ। ਇਹਨਾਂ ਪੰਕਤੀਆਂ 'ਚ ਸ਼ੋ ਹੋ ਰਿਹਾ ਕਿ ਕਿੰਨਾ ਉਹ ਨੀਵਾਂ ਆ, ਕਿੰਨਾ ਬੇਵੱਸ ਆ, ਪਰ ਫਿਰ ਵੀ ਆਸ ਦੀ ਕਿਰਨ ਆ ਉਹਦੇ ਕੋਲ, ਤਾਂ ਵੀ ਪੋਜ਼ੀਟਿਵ ਆ। ਸੋ ਆਸ ਕਦੇ ਨਾ ਛੱਡੀਏ, ਨਿਰਾਸ਼ ਬੂਟੇ ਸੜ ਜਾਂਦੇ ਨੇ, ਆਸ ਵਾਲੇ ਸਦਾ ਹੀ ਆਸ 'ਚ ਰਹਿੰਦੇ ਨੇ, ਆਸ ਵਾਲੇ ਸਦਾ ਹੀ ਕੁਝ ਨਾ ਕੁਝ ਪਾ ਲੈਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।